A warm welcome to all my viewers, which is connected through my YouTube channels. Welcome. In this session, I am discuss about to the boys part first of a grammar. In this session, I am explain how to learn their voices and what is the meaning of their voice, how can be useful in our daily routine lives, and I am giving some kinds of their tricks to learn these rules. Without wasting, start this session. ਇਸ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਜਿਸ ਹਿਸਾਬ ਨਾਲ ਮੈਂ ਪ੍ਰੀਵੀਅਸ ਵੀਡੀਓ ਦੇ ਵਿੱਚ ਤੁਹਾਨੂੰ ਕਿਹਾ ਸੀ ਵੀ ਜਿਹੜੇ ਬੱਚੇ ਮੇਰੇ ਆਨਸਰਸ ਨੂੰ ਸਹੀ ਦੇਣਗੇ ਤਾਂ ਮੈਂ ਉਹਨਾਂ ਦਾ ਨੇਮ ਆਪਣੀ ਇਸ ਵੀਡੀਓ ਦੇ ਵਿੱਚ ਪਲੱਸ ਉਹਨਾਂ ਦਾ ਸੋਲਿਊਸ਼ਨ ਵੀ ਇਸ ਸੈਸ਼ਨ ਦੇ ਵਿੱਚ ਦਿਖਾਵਾਂਗਾ। ਸਭ ਤੋਂ ਪਹਿਲਾਂ ਜਿਹੜੇ ਬੱਚੇ ਨੇ ਰਿਪਲਾਈ ਕੀਤਾ ਸੀ ਉਹ ਸੀ ਮੁਸਕਾਨ। ਇਹਨਾਂ ਦੇ ਸਾਰੇ ਆਨਸਰ ਡੂ ਡਜ਼ ਅਤੇ ਡਿਡ ਦੇ ਬਾਰੇ ਮੈਂ ਉਹਨਾਂ ਤੋਂ ਕੁਛ ਪੁੱਛਿਆ ਵੀ ਸੀਗਾ ਸਾਰੇ ਬੱਚਿਆਂ ਤੋਂ, ਤਾਂ ਇਹਨਾਂ ਬੱਚਿਆਂ ਨੇ ਮੁਸਕਾਨ ਜੀ ਨੇ ਸਭ ਤੋਂ ਪਹਿਲਾਂ ਰਿਪਲਾਈ ਕੀਤਾ ਤਾਂ ਮੈਂ ਉਹਨਾਂ ਦੇ ਆਨਸਰ ਦੇ ਰਿਹਾ ਹਾਂ। ਤਾਂ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਕੇ ਵੀ ਤੁਸੀਂ ਆਪਣੀ ਕਾਪੀ ਦੇ ਨਾਲ ਇਸ ਨੂੰ ਮੈਚ ਕਰ ਸਕਦੇ ਹੋ। ਨੈਕਸਟ, ਇਸ ਤੋਂ ਇਲਾਵਾ ਵੀ 3 ਹੋਰ ਅਚੀਵਰ ਸੀਗੇ, 2 ਹੋਰ ਅਚੀਵਰ ਸੀਗੇ ਜਿਹੜੇ ਕਿ ਪ੍ਰੀਵੀਅਸ ਵੀਡੀਓ ਵਿੱਚ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਅਤੇ ਉਹਨਾਂ ਦੇ ਆਨਸਰ ਆਲਮੋਸਟ ਸਹੀ ਸੀ। ਫਸਟ ਇਜ਼ ਮੁਸਕਾਨ, ਸੈਕਿੰਡ ਇਜ਼ ਵਿਮਲਜੋਤ ਕੌਰ ਐਂਡ ਥਰਡ ਵਨ ਇਜ਼ ਸਿਮਰਨਜੋਤ। These students, I will congratulate to these students which has been giving their answers almost right. So I will also appreciate to these students, and also these students can be a set their example for the other students, which is also be a show their talent, and they will be connected with their studies. And I will also be giving one kind of exercise in the end of my video. So I will request to all my viewers, so solve this exercise and put their answers in my comment box, not with their typing. You will be also send their pic photo attachment with my comment box. Now without wasting, I will start this session. ਅੱਜ ਦਾ ਜੋ ਸੈਸ਼ਨ ਹੈ ਉਹ ਡੀਲ ਕਰੇਗਾ ਜਿਹੜਾ ਕਿ ਟੈਂਸ ਦੇ ਅੱਗੇ ਤੋਂ ਜਿਹੜੀ ਅਸੀਂ ਉਹਦੀ ਐਕਸਟੈਂਸ਼ਨ ਪੜ੍ਹਦੇ ਹਾਂ ਉਹਨੂੰ ਕਿਹਾ ਜਾਂਦਾ ਵੋਇਸ। ਇਹ ਗ੍ਰਾਮਰ ਪਾਰਟ ਦਾ ਇੱਕ ਹੋਰ ਇੰਪੋਰਟੈਂਟ ਟੌਪਿਕ ਹੈ। ਸਟਾਰਟ ਕਰਦੇ ਹਾਂ ਇਹਦੀ ਡੈਫੀਨੇਸ਼ਨ ਤੋਂ। ਇਨ ਅ ਗ੍ਰਾਮਰ ਦੀ ਵੋਇਸ ਆਫ ਅ ਵਰਬ describe the relationship between the action, that is the verb, express and participants identified by its argument, subject, object, etc. ਗ੍ਰਾਮਰ ਪਾਰਟ ਦੇ ਵਿੱਚ ਜਿਹੜੀ ਵੋਇਸ ਹੁੰਦੀ ਆ ਉਹ ਕੀ ਆ, ਵਰਬ ਤੋਂ ਡਿਸਕਰਾਈਬ ਕਰਦੀ ਆ, ਉਹ ਰਿਲੇਸ਼ਨਸ਼ਿਪ ਦੱਸਦੀ ਆ, ਐਕਸ਼ਨ ਦੇ ਨਾਲ ਵੀ ਉਹ ਕਿਸ ਤਰੀਕੇ ਨਾਲ ਕਰਦੀ ਆ, ਉਹਨੂੰ ਐਕਸਪ੍ਰੈਸ ਕਰਦੀ ਆ ਅਤੇ ਉਹ ਦੱਸਦੀ ਆ ਵੀ ਜਿਹੜਾ ਪਾਰਟੀਸਪੈਂਟ ਨੇ ਉਹਨਾਂ ਨੂੰ ਵੀ ਆਈਡੈਂਟੀਫਾਈ ਕਰਦੀ ਆ ਉਹਨਾਂ ਦੇ ਆਰਗੂਮੈਂਟ ਦੇ ਅਕੋਰਡਿੰਗ, ਉਹਨਾਂ ਦੇ ਸਬਜੈਕਟ ਓਬਜੈਕਟ ਦੇ ਅਕੋਰਡਿੰਗ। When the subject is the agent or a doer of the action, the verb in the active voice, ਵੀ ਜੇਕਰ ਜਿਹੜਾ ਸਬਜੈਕਟ ਜਾਂ ਏਜੰਟ ਆ ਉਹ ਕੀ ਆ ਕੋਈ ਐਕਸ਼ਨ ਕਰਦਾ ਦੱਸਿਆ ਜਾ ਰਿਹਾ ਵਾ ਤਾਂ ਉਸ ਸਮੇਂ ਜਿਹੜੀ ਵਰਬ ਹੁੰਦੀ ਆ ਉਹ ਐਕਟਿਵ ਵੋਇਸ ਦੇ ਵਿੱਚ ਹੁੰਦੀ ਆ। when the subject is a patient, target or undergoers of the actions, the verb is said to be the passive voice। ਵੀ ਜੇਕਰ ਵਰਬ ਕੀ ਹੁੰਦੀ ਆ ਉਹ ਪੇਸ਼ੈਂਟ ਦੀ ਤਰ੍ਹਾਂ ਜਾਂ ਟਾਰਗੇਟ ਦੀ ਤਰ੍ਹਾਂ ਵਰਕ ਕਰੇ ਅਤੇ ਉਹ ਸਾਨੂੰ ਕੀ ਆ ਉਹਨਾਂ ਦੇ ਐਕਸ਼ਨ ਦੇ ਬਾਰੇ ਦੱਸੇ ਤਾਂ ਉਹ ਸਾਡੇ ਲਈ ਕੀ ਆ ਪੈਸਿਵ ਵੋਇਸ ਬਣ ਜਾਂਦੀ ਆ। ਇਹਦੀਆਂ ਕੁਛ ਕੁ ਐਗਜ਼ਾਮਪਲਸ ਕਰਦੇ ਹਾਂ। ਫਸਟ ਐਗਜ਼ਾਮਪਲ ਇਜ਼ ਦੀ ਕੈਟ ਫਸਟ ਐਗਜ਼ਾਮਪਲ ਆ ਦਾ ਕੈਟ ਐਟ ਦਾ ਮਾਊਸ। ਹੁਣ ਇੱਥੇ ਜਿਹੜਾ ਐਟ ਵਰਬ ਆ ਉਹ ਕੀ ਆ, ਕੈਟ ਜਿਹੜੀ ਆ ਉਹ ਸਬਜੈਕਟ ਆ, ਐਟ ਜਿਹੜੀ ਆ ਉਹ ਵਰਬ ਦੀ ਫਾਰਮ ਆ ਕਿਹੜੀ ਆ ਸੈਕਿੰਡ ਹੈ, ਅਤੇ ਜਿਹੜਾ ਮਾਊਸ ਆ ਉਹ ਕੀ ਆ ਓਬਜੈਕਟ ਹੈ। ਤਾਂ ਹੁਣ ਜਿਹੜੀ ਫਸਟ ਸੈਂਟੈਂਸ ਉਹ ਐਕਟਿਵ ਆ ਕਿਉਂਕਿ ਇਹਦੇ ਵਿੱਚ ਜਿਹੜੀ ਵਰਬ ਐਟ ਆ ਉਹ ਕੀ ਆ ਐਕਟਿਵਲੀ ਵਰਕ ਕਰ ਰਹੀ ਆ, ਵੀ ਉਹ ਜਿਹੜੇ ਬਿੱਲੀ ਆ ਉਹ ਕੀ ਆ ਚੂਹੇ ਨੂੰ ਖਾ ਰਹੀ ਆ, ਤਾਂ ਇਸ ਸੈਂਟੈਂਸ ਦੇ ਵਿੱਚ ਜਿਹੜਾ ਐਟ ਵਰਡ ਆ ਉਹ ਕੀ ਆ ਐਕਟਿਵ ਵੋਇਸ ਆ। ਨੈਕਸਟ, ਜਿਹੜਾ ਇਹਦਾ ਪੈਸਿਵ ਵੋਇਸ ਕਿਵੇਂ ਬਣੇਗੀ, ਦੀ ਆ ਮਾਊਸ, ਜਿਹੜਾ ਸਾਡਾ ਓਬਜੈਕਟ ਹੋਏਗਾ ਉਹ ਅੱਗੇ ਆ ਜਾਏਗਾ ਤਾਂ ਮਾਊਸ ਅੱਗੇ ਆ ਗਿਆ। ਦੈਨ ਐਟ, ਐਟ ਕਿਹੜੀ ਹੁੰਦੀ ਆ ਵਰਬ ਦੀ ਸੈਕਿੰਡ ਫਾਰਮ ਕਿਹਦੇ ਵਿੱਚ ਯੂਜ਼ ਹੁੰਦੀ ਆ ਪਾਸਟ ਸਿੰਪਲ ਦੇ ਵਿੱਚ, ਤਾਂ ਇਹਦਾ ਰੂਲ ਕੀ ਬਣੇਗਾ, ਇਹਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਉਹਦੀਆਂ ਹੈਲਪਿੰਗ ਵਰਬਸ। ਇਸ ਰੂਲ ਦੀ ਜਿਹੜੀ ਡਿਟੇਲ ਆ ਉਹ ਮੈਂ ਤੁਹਾਨੂੰ ਨੈਕਸਟ ਅੱਗੇ ਦੱਸੀ ਜਾਵਾਂਗਾ। ਵਰਬ ਦੀ ਥਰਡ ਫਾਰਮ ਯੂਜ਼ ਹੁੰਦੀ ਹੈ, ਯਾਦ ਰੱਖਣਾ ਵਾ ਤੁਸੀਂ ਹਮੇਸ਼ਾ ਵੋਇਸ ਦੇ ਵਿੱਚ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ, ਬਾਈ ਯੂਜ਼ ਹੋਏਗਾ, ਅਤੇ ਜਿਹੜਾ ਸਾਡਾ ਸਬਜੈਕਟ ਸੀ ਉਹ ਕਿੱਥੇ ਆਏਗਾ ਪਿੱਛੇ ਆਏਗਾ, ਜਾਣੀ ਕਿ ਉਹ ਕੀ ਬਣ ਜਾਏਗਾ ਓਬਜੈਕਟ ਬਣ ਜਾਏਗਾ। ਤਾਂ ਇਸ ਤਰੀਕੇ ਨਾਲ ਜਿਹੜੀ ਇੱਕ ਸਬਜੈਕਟ ਓਬਜੈਕਟ ਜਿਹੜੇ ਨੇ
ਉਹ ਕ੍ਰੀਏਟ ਹੁੰਦੇ ਆ ਅਤੇ ਇਸ ਤਰੀਕੇ ਨਾਲ ਅਸੀਂ ਕੀ ਆ ਐਕਟਿਵ ਤੋਂ ਪੈਸਿਵ ਵੌਇਸ ਬਣਾਉਂਦੇ ਆ। ਇਹਨੂੰ ਵਰਬਲ ਫਰੇਜ਼ ਵੀ ਕਿਹਾ ਜਾਂਦਾ ਵਾ। ਨੈਕਸਟ ਦੇਖਦੇ ਹਾਂ। ਨੈਕਸਟ ਹੈਗਾ ਇਹਦੇ ਰੂਲ ਚੇਂਜ ਕਰਨ ਦੇ ਸੈਂਟੈਂਸ ਦੇ ਵਿੱਚ, ਜਿਹੜੇ ਕਿ ਤੁਸੀਂ ਇੰਪੋਰਟੈਂਟ ਰੂਲਸ ਨੇ, ਤੁਸੀਂ ਇਹਨਾਂ ਨੂੰ ਆਪਣੇ ਕਾਪੀ ਦੇ ਉੱਤੇ ਐਜ਼ ਇਟ ਇਜ਼ ਹੀ ਲਿਖ ਲੈਣਾ। ਦੇ ਆਰ ਰੂਲਸ ਆਫ ਟੂ ਚੇਂਜ ਦੀ ਸੈਂਟੈਂਸ ਫਰੋਮ ਐਕਟਿਵ ਟੂ ਪੈਸਿਵ। ਫਸਟ ਇਜ਼ ਦੀ ਸੈਂਟੈਂਸ ਮਸਟ ਹੈਵ ਬੀਨ ਆਬਜੈਕਟ, ਵੀ ਇੱਕ ਸੈਂਟੈਂਸ ਦਾ ਜ਼ਰੂਰ ਇੱਕ ਆਬਜੈਕਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੈਕਿੰਡ ਵਨ, ਇਫ ਦੇਅਰ ਇਜ਼ ਅ ਨੋ ਆਬਜੈਕਟ ਦੈਨ ਦੇਅਰ ਮਸਟ ਬੀ ਅ ਕੁਐਸਚਨਸ ਵਰਡ ਹੂ ਆਸਕ ਦੀ ਆਬਜੈਕਟ। ਤਾਂ ਹੁਣ ਇੱਥੇ ਜੇਕਰ ਆਬਜੈਕਟ ਨਹੀਂ ਹੈਗਾ ਤਾਂ ਸਾਡੇ ਕੋਲ ਇੱਕ ਕੁਐਸਚਨ ਵਰਡ ਹੋਣਾ ਚਾਹੀਦਾ ਜਿਹੜਾ ਕਿ ਇੱਕ ਆਬਜੈਕਟ ਦੇ ਲਈ ਆਸਕ ਕੀਤਾ ਗਿਆ ਹੋਵੇ। ਆਬਜੈਕਟ ਐਕਟਿਵ ਸੈਂਟੈਂਸ ਬਿਕੇਮ ਦੀ ਸਬਜੈਕਟ ਇਜ਼ ਅ ਪੈਸਿਵ ਸੈਂਟੈਂਸ, ਵੀ ਜੇਕਰ ਸਾਡਾ ਆਬਜੈਕਟ ਜਿਹੜਾ ਵਾ ਐਕਟਿਵ ਸੈਂਟੈਂਸ ਯਾਨੀ ਕਿ ਉਹ ਅੱਗੇ ਆ ਜਾਵੇ ਅਤੇ ਜਿਹੜਾ ਸਾਡਾ ਸਬਜੈਕਟ ਆ ਉਹ ਪਿੱਛੇ ਚਲਾ ਜਾਵੇ ਤਾਂ ਉਹ ਪੈਸਿਵ ਸੈਂਟੈਂਸ ਬਣ ਜਾਂਦਾ ਵਾ। ਆਬਜੈਕਟ ਔਰ ਸਬਜੈਕਟ ਸੈਂਟੈਂਸ ਇਨਟੂ ਦੀ ਪੈਸਿਵ ਸੈਂਟੈਂਸਿਸ ਦੈਟ ਪ੍ਰੋਸੀਡ ਬਾਈ ਦੀ ਵਰਡ ਬਾਏ। ਇਹ ਗੱਲ ਵੀ ਤੁਸੀਂ ਯਾਦ ਰੱਖਣੀ ਆ ਵੀ ਜਦੋਂ ਸਾਡਾ ਕੋਈ ਵੀ ਇੱਕ ਐਕਟਿਵ ਵਰਡਸ ਤੋਂ ਅਸੀਂ ਜਿਹੜਾ ਸਬਜੈਕਟ ਆਬਜੈਕਟ ਨੂੰ ਚੇਂਜ ਕਰਦੇ ਹਾਂ ਤਾਂ ਜਦੋਂ ਐਕਟਿਵ ਤੋਂ ਅਸੀਂ ਪੈਸਿਵ ਦੇ ਵੱਲ ਜਾਂਦੇ ਹਾਂ ਤਾਂ ਹਮੇਸ਼ਾ ਕੀ ਹੋਏਗਾ, ਪੈਸਿਵ ਦੇ ਵਿੱਚ ਬਾਏ ਵਰਡ ਜ਼ਰੂਰ ਕੀਤਾ ਜਾਵੇਗਾ। ਨੈਕਸਟ ਹੈਗਾ ਦੀ ਵਰਬ ਯੂਜ਼ਡ ਬਾਈ ਦੀ ਥਰਡ ਫੋਰਮ, ਵੀ ਵਰਬ ਦੀ ਹਮੇਸ਼ਾ ਕੀ ਹੈ ਥਰਡ ਫੋਰਮ ਯੂਜ਼ ਕਰੀ ਜਾਊ, ਯਾਨੀ ਕਿ ਪਾਸਟ ਪਾਰਟੀਸਪਲ ਉਹ ਯੂਜ਼ ਕੀਤਾ ਜਾਊ। ਪ੍ਰੋਸੀਡਡ ਬਾਈ ਟੂ ਬੀ, ਚਾਹੇ ਟੂ ਬੀ ਕਿਸੇ ਚੀਜ਼ ਨਾਲ ਵੀ ਹੋ ਸਕਦਾ। ਦੀ ਐਡਜਸਟਡ ਸੈਂਟੈਂਸ ਸਟਰਕਚਰ ਬਾਈ ਦੀ ਟੈਂਸ, ਵੀ ਜਿਹੜਾ ਸਾਡਾ ਸੈਂਟੈਂਸ ਹੋਏਗਾ ਉਹ ਕਿਹਦੇ ਅਕੋਰਡਿੰਗ ਜੱਜ ਕੀਤਾ ਜਾਵੇਗਾ, ਟੈਂਸ ਦੇ ਅਕੋਰਡਿੰਗ ਜੱਜ ਕੀਤਾ ਜਾਵੇਗਾ। ਨੈਕਸਟ ਫੰਡਾਮੈਂਟਲ ਇਹਦੇ ਥੋੜ੍ਹੇ ਜਿਹੇ ਹੋਰ ਰੂਲਸ ਨੇ ਜਿਹੜੇ ਕਿ ਅਸੀਂ ਹੁਣ ਇੱਥੇ ਪੜ੍ਹਾਂਗੇ, ਜਿਵੇਂ ਕਿ the place of to the subject and objects are interchanged and the object shifted to the subject of the subject and subject shifted to the place of object in the passive voice। ਹੁਣ ਅਸੀਂ ਇਹਦੇ ਵਿੱਚ ਕੀ ਪੜ੍ਹਿਆ ਵੀ ਜਿਹੜੇ ਸਬਜੈਕਟ ਦੀ ਪਲੇਸ ਹੋਏਗੀ ਅਤੇ ਆਬਜੈਕਟ ਦੀ ਪਲੇਸ ਹੋਏਗੀ ਇੰਟਰਚੇਂਜ ਹੋਏਗੀ ਜਦੋਂ ਐਕਟਿਵ ਤੋਂ ਪੈਸਿਵ ਬਣੇਗਾ, ਵੀ ਜਿਹੜਾ ਸਬਜੈਕਟ ਹੋਏਗਾ ਉਹ ਪਿੱਛੇ ਚਲਾ ਜਾਏਗਾ ਅਤੇ ਆਬਜੈਕਟ ਜਿਹੜਾ ਹੋਏਗਾ ਉਹ ਅੱਗੇ ਆ ਜਾਏਗਾ। ਫੋਰ ਐਗਜ਼ਾਮਪਲ ਕਰਦੇ ਹਾਂ, ਜਿਵੇਂ ਆਈ ਕੀ ਆ ਸਬਜੈਕਟ, ਰਾਈਟ ਕੀ ਆ ਵਰਬ ਦੀ ਫਾਰਮ ਆ ਫਸਟ, ਆ ਲੈਟਰ ਕੀ ਆ ਆਬਜੈਕਟ। ਤਾਂ ਇਹ ਕਿਹੜਾ ਸਬਜੈਕਟ ਆ, ਇਹ ਸਾਡਾ ਐਕਟਿਵ ਸੈਂਟੈਂਸ ਵੌਇਸ ਚੱਲ ਰਿਹਾ ਵਾ। ਅਤੇ ਹੁਣ ਅਸੀਂ ਜੇਕਰ ਇਹਨੂੰ ਚੇਂਜ ਕਰਨਾ ਹੋਵੇ ਤਾਂ ਆਨਸਰ ਕੀ ਬਣੇਗਾ, ਸੌਰੀ ਜਿਹੜਾ ਇੱਥੇ ਆਈ ਆ ਗਿਆ ਉਹ ਗਲਤ ਆ ਗਿਆ, ਤਾਂ ਇੱਥੇ ਕੀ ਆਇਆ, ਇੱਥੇ ਆ ਆਉਣਾ ਸੀ, ਸੌਰੀ ਜਿੱਥੇ ਲਿਖਿਆ ਆਈ ਲਿਖਿਆ ਉੱਥੇ ਆ ਆਉਣਾ ਸੀ। ਆ ਲੈਟਰ ਇਜ਼ ਰਿਟਨ ਵਰਬ ਦੀ ਥਰਡ ਫਾਰਮ ਬਾਏ, ਅਤੇ ਜਿਹੜਾ ਆਈ ਆ ਉਹਦਾ ਕੀ ਬਣ ਜਾਏਗਾ, ਇਹਦਾ ਵੀ ਰੂਲ ਮੈਂ ਤੁਹਾਨੂੰ ਲਾਸਟ ਦੇ ਵਿੱਚ ਦਿਖਾ ਦਾਂਗਾ। ਤਾਂ ਆਈ ਦਾ ਕੀ ਬਣ ਜਾਂਦਾ ਹੁੰਦਾ, ਮੀ ਬਣ ਜਾਂਦਾ ਹੁੰਦਾ। ਇਹ ਯਾਦ ਰੱਖਣਾ ਵੀ ਜੇਕਰ ਉਹ ਆਬਜੈਕਟ ਬਣੇਗਾ ਤਾਂ ਮੀ ਬਣ ਜਾਂਦਾ। ਐਕਸਪਲੇਨ ਵੀ ਕੀਤਾ ਜਿਵੇਂ ਸਬਜੈਕਟ ਆਈ ਇਜ਼ ਅ ਸੈਂਟੈਂਸ ਸ਼ਿਫਟਡ ਟੂ ਦੀ ਪਲੇਸ ਆਫ ਟੂ ਦੀ ਆਬਜੈਕਟ ਲਿਟਰਲ ਐਂਡ ਆਬਜੈਕਟ ਲੈਟਰ ਸ਼ਿਫਟਡ ਟੂ ਦੀ place of to the subject I is a passive voice। next है साडा sometimes the subject of sentence is not used in the passive voice। the subject sentence can be omitted by the possessive voice if without subject it can be enough meaning of to the passive voice। ਕੁਝ ਅਜਿਹੇ sentences ਹੁੰਦੇ ਆ ਵੀ ਜੇਕਰ ਉਹਨਾਂ ਦਾ ਆਬਜੈਕਟ ਨਾ ਵੀ ਹੋਵੇ ਤਾਂ ਵੀ ਉਹ ਕੀ ਆ ਇੱਕ ਮੀਨਿੰਗਫੁਲ ਪੈਸਿਵ ਵੌਇਸ ਬਣ ਸਕਦੀ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਦਿੱਤੀ ਆ ਤੁਹਾਨੂੰ, ਦੀ ਕਲੋਥ ਇਜ਼ ਸੋਲਡ ਇਨ ਯਾਰਡ। ਤਾਂ ਇਹ ਕੀ ਹੈ ਇੱਕ ਪ੍ਰੋਪਰ ਇੱਕ ਸਾਡਾ ਕੀ ਆ ਪੈਸਿਵ ਵੌਇਸ ਬਣੀ ਹੋਈ ਆ। ਨੈਕਸਟ ਹੈ ਦੀ ਥਰਡ ਫਾਰਮ ਆਫ ਦੀ ਵਰਬ ਇਜ਼ ਅ ਪਾਸਟ ਪਾਰਟੀਸਪਲ is always used as a main verb in the sentence of the passive voice। all the tenses basis of to the form of verb or a present participle will be never used in the passive voice। ਇਹ ਯਾਦ ਰੱਖਣਾ ਵੀ ਜਦੋਂ ਸਾਡਾ ਇੱਕ ਸਬਜੈਕਟ ਦੇ ਵਿੱਚ ਜਦੋਂ ਅਸੀਂ ਉਹਨੂੰ ਪੈਸਿਵ ਵੌਇਸ ਦੇ ਵਿੱਚ ਚੇਂਜ ਕਰ ਲੈਂਦੇ ਹਾਂ ਤਾਂ ਸਾਡੀ ਜਿਹੜੇ ਬੇਸਿਸ ਆਫ ਵਰਬਸ ਨੇ ਉਹ ਚੇਂਜ ਹੋ ਜਾਂਦੀ ਆ। ਉਹ ਪ੍ਰੈਜੈਂਟ ਪਾਰਟੀਸਪਲਸ ਤੋਂ ਚੇਂਜ ਹੋ ਕੇ ਕਿਹਦੇ ਵਿੱਚ ਚਲੀ ਜਾਂਦੀ ਆ, ਪਾਸਟ ਪਾਰਟੀਸਪਲ ਯਾਨੀ ਕਿ ਵਰਬ ਦੀ ਥਰਡ ਫਾਰਮ ਆਏਗੀ। ਇਹ ਚੀਜ਼ ਤੁਸੀਂ ਯਾਦ ਰੱਖਣਾ ਹਮੇਸ਼ਾ ਪੈਸਿਵ ਵੌਇਸ ਦੇ ਵਿੱਚ ਪਾਸਟ ਪਾਰਟੀਸਪਲ ਹੀ ਯੂਜ਼ ਹੋਏਗਾ। ਅਤੇ ਜਿਹੜਾ ਦੀ ਵਰਡ ਬਾਏ ਯੂਜ਼ਡ ਬਿਫੋਰ ਦੀ ਸਬਜੈਕਟ ਆਫ ਦੀ ਸੈਂਟੈਂਸ ਇਨ ਪੈਸਿਵ, ਵੀ ਜਦੋਂ ਪੈਸਿਵ ਵੌਇਸ ਬਣਾਉਂਦੇ ਹੋ ਤਾਂ ਹਮੇਸ਼ਾ ਯਾਦ ਰੱਖਣਾ ਵੀ ਸਬਜੈਕਟ ਤੋਂ ਬਾਅਦ ਕੀ ਹੁੰਦਾ, ਬਾਏ ਯੂਜ਼ ਕੀਤਾ ਨਾ ਨੋਰਮਲ ਕੇਸਿਸ ਦੇ ਵਿੱਚ। ਕੁਛ ਐਕਸੈਪਸ਼ਨਲ ਕੇਸ ਨੇ ਉਹ ਅਸੀਂ ਇਸੇ ਜਿਹੜਾ ਕੰਟੀਨਿਊਟ ਕਰਾਂਗੇ ਤਾਂ ਮੈਂ ਤੁਹਾਨੂੰ ਉੱਥੇ ਦੱਸਾਂਗਾ ਵੀ ਕਿੱਥੇ ਬਾਏ ਦਾ ਵਰਡ ਨਹੀਂ ਯੂਜ਼ ਕੀਤਾ ਜਾਂਦਾ ਵਾ। ਨੈਕਸਟ ਹੈ ਇਹਦੀ ਵੌਇਸ, ਇਹਦੀ ਇੱਕ ਐਗਜ਼ਾਮਪਲ ਦਿੱਤੀ ਆ ਹੀ ਸਿੰਗ ਅ ਸੌਂਗ। ਤਾਂ ਹੀ ਕੀ ਆ ਸਬਜੈਕਟ, ਸਿੰਗਸ ਤਾਂ ਇਹ ਕੀ ਆ ਵਰਬ ਦੀ ਫਸਟ ਫਾਰਮ ਪਲੱਸ ਐਸ। ਤਾਂ ਇਸ ਦਾ ਮਤਲਬ ਕੀ ਹੈ, ਇਹ ਕਿਹੜਾ ਪ੍ਰੈਜ਼ੈਂਟ ਟੈਂਸ ਆ ਅਤੇ ਲਾਸਟ ਦੇ ਵਿੱਚ ਸੌਂਗ। ਤਾਂ ਇਸ ਦਾ ਮਤਲਬ ਇਹ ਕੀ ਆ ਆਬਜੈਕਟ। ਤਾਂ ਸਾਡਾ ਆ ਸੌਂਗ ਅੱਗੇ ਆਇਆ,
is ਉਸ ਤੋਂ ਬਾਅਦ ਹੈਲਪਿੰਗ verb ਦੀ ਥਰਡ ਫਾਰਮ ਸੰਗ ਬਾਏ ਪੈਸਿਵ ਵੌਇਸ ਦੇ ਵਿੱਚ ਤਾਂ ਹੀ ਦਾ ਕੀ ਬਣ ਗਿਆ ਹਿਮ। ਇਹ ਕੀ ਹੁੰਦਾ ਵਾ, ਇਹਦੇ ਰੂਲ ਜਿਹੜਾ ਵਾ ਉਹ ਲਾਸਟ ਦੇ ਵਿੱਚ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਣਗੇ। ਨੈਕਸਟ ਹੈ ਸਾਡੇ ਕੋਲ ਦੀ ਵਰਡ ਬਾਏ is not always used before the subject in the passive voice. The word with to etc may be also used before the subject of passive। ਜਿਹੜੀ ਮੈਂ ਤੁਹਾਨੂੰ ਗੱਲ ਕਹੀ ਵੀ ਕੁਝ ਕੁ ਅਜਿਹੇ ਸੈਂਟੈਂਸਿਸ ਹੁੰਦੇ ਆ ਜਿਹਦੇ ਵਿੱਚ ਅਸੀਂ ਬਾਏ ਵਰਡ ਨਹੀਂ ਯੂਜ਼ ਕਰਦੇ, ਉਹਦੇ ਰਦਰ ਦੈਨ ਉਹਦੇ ਇਲਾਵਾ ਕੁਛ ਹੋਰ ਰਿਪਲੇਸਮੈਂਟ ਹੋ ਜਾਂਦੇ ਜਿਵੇਂ ਵਿਦ ਟੂ, ਤਾਂ ਇਹ ਚੀਜ਼ਾਂ ਯੂਜ਼ ਹੋ ਜਾਂਦੀਆਂ। ਜਿਵੇਂ ਇੱਕ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ ਦੀ ਵਾਟਰ ਕੀ ਇੱਕ ਸਬਜੈਕਟ, ਇੱਥੇ ਲਿਖਿਆ ਫਿਲਸ ਕੀ ਆ ਸਾਡੀ ਵਰਬ ਦੀ ਫਾਰਮ ਆ ਉਹ ਕਿਹੜੀ ਆ ਫਸਟ ਫਾਰਮ ਪਲੱਸ ਐਸ ਯਾਨੀ ਕਿ ਪ੍ਰੈਜ਼ੈਂਟ ਸਿੰਪਲ। ਦ ਟਬ ਕੀ ਆ ਸਾਡਾ ਆਬਜੈਕਟ, ਦ ਟਬ ਇਜ਼ ਫਿਲਡ ਵਿਦ, ਹੁਣ ਇੱਥੇ ਵਿਦ ਆਇਆ ਵਾਈ ਨਹੀਂ ਆਇਆ ਤਾਂ ਇਹ ਯਾਦ ਰੱਖਣਾ ਵੀ ਇੱਥੇ ਵਾਈ ਨਹੀਂ ਆਉਂਦਾ ਤਾਂ ਇੱਥੇ ਕੀ ਆ ਵਾਟਰ, ਤਾਂ ਇਹ ਆਬਜੈਕਟ ਆ ਗਿਆ। ਯਾਨੀ ਕਿ ਨੈਕਸਟ ਹੈਗਾ ਹੀ ਨੋਜ਼, ਇੱਥੇ ਯਾਦ ਰੱਖਣਾ ਵੀ ਜਿਹੜਾ ਨੋਜ਼ ਵਰਡ ਹੁੰਦਾ ਉਹਦੇ ਨਾਲ ਹਮੇਸ਼ਾ ਕੀ ਯੂਜ਼ ਹੁੰਦਾ ਵਾ ਪੈਸਿਵ ਵੌਇਸ ਦੇ ਵਿੱਚ ਟੂ ਯੂਜ਼ ਹੁੰਦਾ, ਕਦੇ ਵੀ ਵਾਈ ਯੂਜ਼ ਹੀ ਨਹੀਂ ਹੋ ਸਕਦਾ। ਤਾਂ ਹੀ ਜਿਹੜਾ ਵਾ ਉਹ ਸਬਜੈਕਟ ਆ, ਨੋਜ਼ ਕੀ ਆ ਵਰਬ ਦੀ ਫਸਟ ਫਾਰਮ ਪਲੱਸ ਐਸ ਤੇ ਲਾਸਟ ਦੇ ਵਿੱਚ ਕੀ ਆ ਆਬਜੈਕਟ ਹੈ। ਤਾਂ ਆਬਜੈਕਟ ਸਾਡਾ ਅੱਗੇ ਆਏਗਾ ਤਾਂ ਯਾਦ ਰੱਖਣਾ ਵੀ ਜਿਹੜਾ ਮੀ ਆ ਉਹ ਅੱਗੇ ਆ ਕੇ ਕੀ ਬਣ ਜਾਏਗਾ ਆਈ ਬਣ ਜਾਏਗਾ, ਆਈ ਐਮ ਨੋਨ ਟੂ ਹਿਮ। ਨੈਕਸਟ ਹੈਗਾ ਅਲੈਗਜ਼ਰੀ ਵਰਬਸ ਆਰ ਯੂਜ਼ ਟੂ ਦੀ ਪੈਸਿਵ ਵੌਇਸ ਅਕੋਰਡਿੰਗ ਟੂ ਦੀ ਟੈਂਸ ਆਫ ਸੈਂਟੈਂਸਿਸ। ਵੀ ਹੁਣ ਅਲੈਗਜ਼ਰੀ ਵਰਬਸ ਜਿਹੜੀਆਂ ਅਦਰ ਹੈਲਪਿੰਗ ਵਰਬਸ ਹੁੰਦੀਆਂ ਨੇ ਉਹ ਵੀ ਯੂਜ਼ ਕੀਤੀਆਂ ਜਾਂਦੀਆਂ ਨੇ ਇਹ ਤੋਂ ਇਲਾਵਾ। ਨਾਓ ਇਹ ਲਾਸਟ ਹੈ ਜਿਹੜਾ ਤੁਸੀਂ ਆਪਣੀ ਕਾਪੀ ਦੇ ਉੱਤੇ ਪ੍ਰੋਪਰ ਨੋਟ ਡਾਊਨ ਕਰਨਾ ਵੀ ਜਦੋਂ ਪ੍ਰੋਨਾਊਂਸ ਹੁੰਦੇ ਉਹ ਕਿਵੇਂ ਚੇਂਜ ਹੋਣਗੇ। ਫਸਟ ਹੈਗਾ ਵੀ ਜੇਕਰ ਆਈ ਹੋਇਆ ਤਾਂ ਕਿਹਦੇ ਵਿੱਚ ਚੇਂਜ ਹੋਏਗਾ, ਆਈ ਮੀ ਦੇ ਵਿੱਚ ਚੇਂਜ ਹੋਏਗਾ। ਜੇਕਰ ਉਹ ਮੀ ਪੈਸਿਵ ਤੋਂ ਅਸੀਂ ਐਕਟਿਵ ਬਣਾਉਣਾ ਹੋਵੇਗਾ ਤਾਂ ਮੀ ਦਾ ਕੀ ਬਣੇਗਾ ਆਈ ਬਣ ਜਾਏਗਾ। ਨੈਕਸਟ ਹੈਗਾ ਵੀ ਦਾ ਕੀ ਬਣ ਜਾਏਗਾ ਅਸ ਬਣ ਜਾਏਗਾ। ਨੈਕਸਟ ਹੈਗਾ ਯੂ ਦਾ ਯੂ ਹੀ ਰਹਿੰਦਾ ਵਾ, ਹੀ ਦਾ ਹਿਮ ਬਣ ਜਾਂਦਾ ਵਾ, ਸ਼ੀ ਦਾ ਹਰ, ਅਤੇ ਇਟ ਦਾ ਇਟ ਹੀ ਰਹਿੰਦਾ, ਦੇ ਦਾ ਦੈਮ ਬਣ ਜਾਂਦਾ ਵਾ। ਇਹ ਸੀਗੇ ਅੱਜ ਦੇ ਟੌਪਿਕ, ਇਹਦੇ ਵਿੱਚ ਜਿਹੜੇ ਮੈਂ ਤੁਹਾਨੂੰ ਰੂਲਸ ਲਿਖਣ ਨੂੰ ਕਹੇ ਨੇ ਇੰਪੋਰਟੈਂਟ ਨੇ, ਤੁਸੀਂ ਆਪਣੀ ਕਾਪੀ ਦੇ ਉੱਤੇ ਨੋਟ ਡਾਊਨ ਕਰਨੇ ਆ, ਇਹ ਤੁਹਾਡੇ ਫਿਊਚਰ ਦੇ ਵਿੱਚ ਵੀ ਹਰ ਇੱਕ ਕਿਤੇ ਕੰਮ ਆਉਣਗੇ। ਆਈ ਹੋਪ ਤੁਹਾਨੂੰ ਇਹ ਸੈਸ਼ਨ ਵਧੀਆ ਲੱਗਿਆ ਹੋਵੇਗਾ। ਜੇਕਰ ਤੁਹਾਨੂੰ ਇਹਦੇ ਵਿੱਚ ਚੈਨਲ ਤੋਂ ਕੋਈ ਵੀ ਵਧੀਆ ਨੌਲੇਜਸ ਮਿਲ ਰਹੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਇਸ ਚੈਨਲ ਦੇ ਉੱਤੇ ਅਸੀਂ 6 to 10th ਕਲਾਸਿਸ ਦੇ PSEB ਦੇ ਸਿਲੇਬਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹਦੇ ਵਿੱਚ ਅਸੀਂ ਕੀ ਆ ਇੰਗਲਿਸ਼ SST ਹੁਣ ਸਾਇੰਸ ਵੀ ਇਨਕਲੂਡ ਕਰ ਲਿੱਤੀ ਗਈ ਆ, ਤਾਂ ਹੁਣ ਅਸੀਂ ਜਿਹੜੇ ਤੁਹਾਨੂੰ ਸਾਇੰਸ ਦੇ ਵੀ ਲੈਕਚਰ ਇਹਦੇ ਵਿੱਚ ਪ੍ਰੋਵਾਈਡ ਕਰਵਾਏ ਜਾਣਗੇ 6 to 10th ਕਲਾਸਿਸ ਦੇ। ਤਾਂ ਤੁਸੀਂ ਮੇਰੇ ਚੈਨਲ ਨਾਲ ਜ਼ਰੂਰ ਜੁੜੋ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਜ਼ਰੂਰ ਕਰੋ ਅਤੇ ਸ਼ੇਅਰਸ ਕਰੋ। ਥੈਂਕਸ ਅਲਾਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਆਲਸੋ I will suggest to my all students and all my viewers, so you will be not only write these things, you must be remembers and try to be use these words in your daily routine life, so it is a very useful things for you and you also be learn English very easily. Thanks a lot watching for my session.